हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਜੇ ਤੁਸੀਂ ਮੈਡੀਕਲ ਅਤੇ ਪੈਰਾਮੈਡੀਕਲ ਸਾਇੰਸ ਨਾਲ ਸੰਬੰਧਿਤ ਕੋਈ ਵੀ ਕੋਰਸ ਕਰ ਰਹੇ ਹੋ ਜਾਂ ਮੈਡੀਕਲ ਅਤੇ ਪੈਰਾਮੈਡੀਕਲ ਨਾਲ ਸੰਬੰਧਿਤ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ, ਜਿਵੇਂ ਕਿ ਵਾਰਡ ਅਟੈਂਡੈਂਟ, MPHW, ਨਰਸਿੰਗ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ, ਲੈਬ ਅਟੈਂਡੈਂਟ ਐਟਸੈਟਰਾ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਪੋਲੀਓ ਨਾਲ ਸੰਬੰਧਿਤ ਅਗਰ ਕੋਈ ਕੁਐਸਚਨ ਤੁਹਾਨੂੰ ਐਗਜ਼ਾਮ 'ਚ ਆਉਂਦਾ ਤਾਂ ਤੁਸੀਂ ਉਸ ਨੂੰ ਸਹੀ ਆਨਸਰ ਕਰ ਸਕੋ। ਸੋ ਟੌਪਿਕ ਤੁਸੀਂ ਸਮਝ ਚੁੱਕੇ ਹੋ ਵੀਡੀਓ ਦਾ, ਪੋਲੀਓ। ਤਾਂ ਪੋਲੀਓ ਦੇ ਬਾਰੇ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਤੁਹਾਨੂੰ ਮੈਂ ਸਾਰਾ ਡਿਟੇਲ ਸਮਝਾਉਣ ਜਾ ਰਿਹਾ। ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰੇ ਧਿਆਨ ਨਾਲ ਦੇਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ। ਸੋ ਸਭ ਤੋਂ ਪਹਿਲਾਂ ਕੀ ਹੈ, ਜਿਹੜਾ ਪੋਲੀਓ ਹੈ ਉਹ ਇੱਕ ਵਾਇਰਲ ਡਿਜ਼ੀਜ਼ ਹੁੰਦੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾ ਕੁਐਸਚਨ ਤਾਂ ਐਗਜ਼ਾਮ 'ਚ ਇਹੀ ਪੁੱਛ ਲੈਂਦੇ ਨੇ ਕਿ ਪੋਲੀਓ ਇਜ਼ ਕਾਜ਼ਡ ਬਾਏ, ਤਾਂ ਉੱਥੇ ਆਪਸ਼ਨ ਹੋਏਗੀ ਬੈਕਟੀਰੀਆ, ਵਾਇਰਸ, ਪ੍ਰੋਟੋਜੋਆ, ਹੈ ਨਾ, ਇਸ ਤਰ੍ਹਾਂ ਦੇ ਆਪਸ਼ਨਸ ਹੋਣਗੀਆਂ। ਤਾਂ ਆਨਸਰ ਆਏਗਾ ਵਾਇਰਸ। ਪੋਲੀਓ ਇਜ਼ ਕਾਜ਼ਡ ਬਾਏ ਪੋਲੀਓ ਵਾਇਰਸ। ਪੋਲੀਓ ਵਾਇਰਸ ਜਿਹੜੀ ਟਾਈਪ ਹੁੰਦੀ ਹੈ ਉਹ ਐਂਟੀਰੋ ਵਾਇਰਸ ਸੀ, ਉਹਦੀ ਇੱਕ ਟਾਈਪ ਹੁੰਦੀ ਹੈ ਐਂਟੀਰੋ ਵਾਇਰਸ ਸੀ। ਮਤਲਬ ਆਪਾਂ ਕਲਾਸੀਫਿਕੇਸ਼ਨ ਕਰਦੇ ਹਾਂ ਵਾਇਰਸ ਦੀ, ਤਾਂ ਉਹ ਇਸ ਸਪੀਸੀਜ਼ ਦਾ ਵਾਇਰਸ ਹੈ ਜਿਸ ਦਾ ਨਾਮ ਹੈ ਐਂਟੀਰੋ, ENTERO, ਐਂਟੀਰੋ ਵਾਇਰਸ ਟਾਈਪ ਸੀ। ਅੱਗੇ ਇਸ ਦੀਆਂ 3 ਕਿਸਮਾਂ ਹੁੰਦੀਆਂ ਹਨ, ਠੀਕ ਹੈ, ਟਾਈਪ 1, ਟਾਈਪ 2 ਅਤੇ ਟਾਈਪ 3। ਸੋ ਪੋਲੀਓ ਤੋਂ ਰੋਕਥਾਮ ਦੇ ਲਈ ਇਹਨਾਂ ਤਿੰਨਾਂ ਹੀ ਕਿਸਮਾਂ ਤੋਂ ਆਪਾਂ ਨੂੰ ਰੋਕਥਾਮ ਕਰਨੀ ਚਾਹੀਦੀ ਹੈ, ਮਤਲਬ ਬਚਾਅ ਕਰਨਾ ਚਾਹੀਦਾ, ਜਿਹਦੇ ਲਈ ਆਪਾਂ ਪੋਲੀਓ ਦੀ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ। 24 ਅਕਤੂਬਰ ਸੰਸਾਰ ਭਰ ਦੇ ਵਿੱਚ ਪੋਲੀਓ ਅਵੇਅਰਨੈਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਪੋਲੀਓ ਡੇ ਕਿਹੜਾ ਹੁੰਦਾ, ਤਾਂ ਆਨਸਰ ਆਏਗਾ 24 ਅਕਤੂਬਰ, ਵਰਲਡ ਪੋਲੀਓ ਡੇ, ਸੰਸਾਰ ਪੋਲੀਓ ਦਿਵਸ। ਨਾਲ ਹੀ ਆਪਾਂ ਇਸ ਦੀ ਪ੍ਰੈਵਲੈਂਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪਾਇਆ ਜਾਂਦਾ ਹੈ ਟਾਈਪ 1, ਮੋਸਟ ਕਾਮਨ ਹੈ। ਟਾਈਪ 2 ਜਿਹੜੀ ਕਿਸਮ ਹੈ ਪੋਲੀਓ ਵਾਇਰਸ ਦੀ, ਉਹ ਐਂਡੈਮਿਕ, ਮਤਲਬ ਕੁਝ ਜਗ੍ਹਾ ਦੇ ਉੱਪਰ ਹੀ ਸੀਮਿਤ ਹੁੰਦੀ ਹੈ। ਅਤੇ ਟਾਈਪ 3 ਜਿਹੜੀ ਇਨਫੈਕਸ਼ਨ ਹੁੰਦੀ ਹੈ ਪੋਲੀਓ ਦੀ, ਉਹ ਐਪੀਡੈਮਿਕ, ਮਤਲਬ ਵੱਡੇ ਖੇਤਰ ਦੇ ਵਿੱਚ ਫੈਲਦੀ ਹੈ। ਓਕੇ, ਫਿਰ ਹੈ ਸੋਰਸ ਐਂਡ ਮੋਡ ਆਫ ਟਰਾਂਸਮਿਸ਼ਨ। ਇਸ ਤੋਂ ਪਹਿਲਾਂ ਇੱਕ ਲਾਈਨ ਮੈਂ ਦੱਸਣੀ ਭੁੱਲ ਗਿਆ ਤੁਹਾਨੂੰ ਇੱਥੇ, ਉਹ ਹੈ ਕਿ ਪੋਲੀਓਮਲਾਈਟਸ ਮੀਨਸ ਦਾ ਇਨਫਲਾਮੇਸ਼ਨ ਤੋਂ ਭਾਵ ਹੁੰਦਾ ਹੈ ਸੋਜ ਆਉਣਾ, ਠੀਕ ਹੈ, ਸਵੈਲਿੰਗ, ਸੋਜ, ਰੈਡਨੈਸ, ਟੈਂਡਰਨੈਸ, ਇਸ ਨੂੰ ਆਪਾਂ ਇਨਫਲਾਮੇਸ਼ਨ ਬੋਲਦੇ ਹਾਂ, ਠੀਕ ਹੈ। ਇਨਫਲਾਮੇਸ਼ਨ ਆਫ ਗ੍ਰੇ ਮੈਟਰ। ਹੁਣ ਗ੍ਰੇ ਮੈਟਰ ਕੀ ਹੈ ਕਿ ਬ੍ਰੇਨ ਦੇ 2 ਮੈਟਰ ਹੁੰਦੇ ਹਨ, ਇੱਕ ਗ੍ਰੇ ਮੈਟਰ, ਇੱਕ ਵਾਈਟ ਮੈਟਰ, ਕਲੀਅਰ ਹੈ। ਤਾਂ ਗ੍ਰੇ ਮੈਟਰ ਉਹ ਮੈਟਰ ਹੁੰਦੀ ਹੈ ਜਿੱਥੇ ਨਿਊਰੋਨ ਦੇ ਉੱਪਰ ਮਾਈਲਨ ਸ਼ੀਥ ਨਹੀਂ ਹੁੰਦੀ, ਉਸ ਨੂੰ ਗ੍ਰੇ ਮੈਟਰ ਕਿਹਾ ਜਾਂਦਾ ਹੈ। ਜਿੱਥੇ ਨਿਊਰੋਨ ਦੇ ਉੱਪਰ ਮਾਈਲਨ ਸ਼ੀਥ ਹੁੰਦੀ ਹੈ ਉਸ ਨੂੰ ਵਾਈਟ ਮੈਟਰ ਕਿਹਾ ਜਾਂਦਾ ਹੈ। ਸੋ ਇਹ ਗ੍ਰੇ ਮੈਟਰ ਦੀ ਇਨਫਲਾਮੇਸ਼ਨ ਹੈ ਇਨ ਦਾ ਸਪਾਈਨਲ ਕਾਰਡ ਐਂਡ ਬ੍ਰੇਨ, ਠੀਕ ਹੈ। ਸਪਾਈਨਲ ਕਾਰਡ ਇੱਕ ਥ੍ਰੈਡ ਲਾਈਕ ਸਟਰਕਚਰ ਜੋ ਰੀੜ੍ਹ ਦੀ ਹੱਡੀ ਦੇ ਵਿੱਚ ਦੀ ਨਿਕਲਦੀ, ਉਸ ਨੂੰ ਸਪਾਈਨਲ ਕਾਰਡ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਸਪਾਈਨਲ ਕਾਰਡ ਆਪਣੇ ਵਿੱਚ, ਯਾਨੀ ਕਿ ਮਨੁੱਖ ਦੇ ਵਿੱਚ ਰਿਪਲੇਸ ਹੋ ਕੇ ਵਰਟੀਬਰਲ ਕਾਲਮ ਬਣ ਜਾਂਦਾ, ਜਿਸ ਨੂੰ ਆਪਾਂ ਰੀੜ੍ਹ ਦੀ ਹੱਡੀ ਕਹਿੰਦੇ ਹਾਂ। ਓਕੇ, ਸੋ ਸਪਾਈਨਲ ਕਾਰਡ ਅਤੇ ਬ੍ਰੇਨ ਦੀ ਗ੍ਰੇ ਮੈਟਰ ਨੂੰ ਇਨਫਲਾਮੇਸ਼ਨ ਕਰਦਾ ਹੈ ਪੋਲੀਓ ਵਾਇਰਸ। ਸੋ ਇਹ ਇੱਕ ਨਿਊਰੋਮਸਕਿਊਲਰ ਡਿਜ਼ੀਜ਼ ਆਪਾਂ ਕਹਿ ਸਕਦੇ ਹਾਂ। ਸੋ ਨਿਊਰੋਮਸਕਿਊਲਰ ਤੋਂ ਭਾਵ ਹੁੰਦਾ ਹੈ ਕਿ ਇਹ ਨਰਵਸ ਅਤੇ ਮਾਸਪੇਸ਼ੀਆਂ ਦੇ ਉੱਪਰ ਬੁਰੀ ਤਰ੍ਹਾਂ ਅਟੈਕ ਕਰਦੀ ਹੈ, ਪ੍ਰਭਾਵਿਤ ਕਰਦੀ ਹੈ। ਫਿਰ ਹੈ ਸੋਰਸ ਐਂਡ ਮੋਡ ਆਫ ਟਰਾਂਸਮਿਸ਼ਨ। ਰੈਜ਼ਰਵੋਇਰ ਹੋਸਟ ਆਫ ਦਾ ਇਨਫੈਕਸ਼ਨ ਇਜ਼ ਹਿਊਮਨ, ਕਿ ਹਿਊਮਨ ਹੀ ਇਸ ਦਾ ਸਰੋਤ ਹੈ, ਹਿਊਮਨ ਤੋਂ ਹੀ ਇਹ ਇੱਕ ਦੂਸਰੇ ਨੂੰ ਫੈਲਦੀ ਹੈ। ਇਟ ਇਜ਼ ਟਰਾਂਸਮਿਟਡ ਥਰੂ ਦਾ ਫੀਕੋ ਓਰਲ ਰੂਟ। ਫੀਕੋ ਓਰਲ ਤੋਂ ਭਾਵ ਕੀ ਹੁੰਦਾ ਹੈ, ਫੀਕੋ ਤੋਂ ਭਾਵ ਹੁੰਦਾ ਹੈ ਜਿੱਥੋਂ ਵੇਸਟ ਮੈਟਰ ਨਿਕਲਦਾ ਹੈ ਹਿਊਮਨ ਦਾ, ਠੀਕ ਹੈ, ਯਾਨੀ ਕਿ ਫੀਕਲ ਮੈਟਰ, ਜਿਸ ਨੂੰ ਆਪਾਂ ਟੋਇਲਟ ਵੀ ਕਹਿ ਦਿੰਦੇ ਹਾਂ। ਸੋ ਉਸ ਦੇ ਰਾਹੀਂ ਵਾਇਰਸ ਜੋ ਹੈ 1 ਪਰਸਨ ਟੂ ਅਨਦਰ ਪਰਸਨ ਫੈਲਦਾ ਹੈ, ਠੀਕ ਹੈ। ਜਦੋਂ ਮਤਲਬ ਓਪਨ ਦੇ ਵਿੱਚ ਕੋਈ ਡੈਫੀਕੇਸ਼ਨ ਕਰਦਾ ਹੈ, ਵੇਸਟ ਮੈਟਰ ਨੂੰ ਰਿਲੀਜ਼ ਕਰਦਾ ਹੈ ਬੋਡੀ ਦੇ ਵਿੱਚੋਂ, ਤਾਂ ਇਹ ਵਾਇਰਸ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦੇ ਵਿੱਚ ਕੰਟੈਮੀਨੇਸ਼ਨ ਕਰ ਸਕਦਾ, ਉਸ ਨੂੰ ਦੂਸ਼ਿਤ ਕਰ ਸਕਦਾ ਹੈ, ਅਤੇ ਉਸ ਦੇ ਰਾਹੀਂ ਇਹ ਕਿਸੇ ਹੋਰ ਇਨਸਾਨ ਦੇ ਅੰਦਰ ਜਾ ਸਕਦਾ ਹੈ, ਠੀਕ ਹੈ। ਜਦੋਂ ਕੋਈ ਇਨਸਾਨ ਕੰਟੈਮੀਨੇਟਡ ਫੂਡ ਖਾਊਗਾ ਜਾਂ ਪਾਣੀ ਪੀਊਗਾ ਤਾਂ ਉਹਦੇ ਮੂੰਹ ਦੇ ਰਾਹੀਂ ਇਹ ਵਾਇਰਸ ਉਸ ਦੇ ਅੰਦਰ ਚਲਾ ਜਾਊਗਾ, ਤਾਂ ਇਸ ਕਰਕੇ ਉਹਨੂੰ ਕੀ ਕਿਹਾ ਆਪਾਂ, ਓਰੋਫੀਕਲ ਰੂਟ। ਨੈਕਸਟ ਹੈ ਇਟ ਕੈਨ ਨਾਟ ਬੀ ਡਿਸਟਰੋਇਡ ਬਾਈ ਗੈਸਟ੍ਰਿਕ HCl। ਮਤਲਬ ਜਦੋਂ ਇਹ ਹਿਊਮਨ ਦੇ ਅੰਦਰ ਪੇਟ ਦੇ ਰਾਹੀਂ ਪਾਸ ਹੁੰਦਾ ਹੈ, ਅੱਗੇ ਜਾਂਦਾ ਹੈ ਵਾਇਰਸ ਸਰੀਰ ਦੇ ਵਿੱਚ, ਤਾਂ ਪੇਟ ਦੇ ਵਿੱਚ ਮੌਜੂਦ ਹਾਈਡਰੋਕਲੋਰਿਕ ਐਸਿਡ ਤੇਜ਼ਾਬ ਜਿਹੜਾ ਹੁੰਦਾ ਹੈ ਉਸ ਦਾ ਵੀ ਇਸ ਦੇ ਉੱਪਰ ਅਸਰ ਨਹੀਂ ਹੁੰਦਾ, ਠੀਕ ਹੈ। ਹੀਟਿੰਗ ਅਤੇ ਕਲੋਰੀਨੇਸ਼ਨ ਰਸਾਇਣ ਦੇ ਨਾਲ ਜੇ ਆਪਾਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਸ ਦਾ ਵੀ ਅਸਰ ਇਸ ਵਾਇਰਸ ਉੱਪਰ ਨਹੀਂ ਹੁੰਦਾ। ਓਕੇ, ਐਂਡ ਇਟ ਇਜ਼ ਟਰਾਂਸਮਿਟਡ ਬਾਈ ਨੋਜ਼, ਥਰੋਟ, ਡਿਸਚਾਰਜ ਐਂਡ ਫੀਕਲ ਮੈਟਰ।
ਮਤਲਬ ਪੋਲੀਓ ਵਾਇਰਸ ਇੱਕ ਇਨਸਾਨ ਤੋਂ ਦੂਜੇ ਇਨਸਾਨ ਦੇ ਵਿੱਚ ਟਰਾਂਸਮਿਟ ਹੋ ਸਕਦਾ ਨੱਕ ਦੇ ਰਸਤੇ, ਗਲੇ ਦੇ ਰਸਤੇ, ਗਲੇ ਦੇ ਡਿਸਚਾਰਜ ਦੇ ਰਸਤੇ, ਜੋ ਆਪਣੇ ਗਲੇ 'ਚੋਂ ਕੁਛ ਬਲਗਮ ਟਾਈਪ ਨਿਕਲਦਾ ਹੈ, ਠੀਕ ਹੈ, ਤਾਂ ਉਸ ਨੂੰ ਡਿਸਚਾਰਜ ਕਿਹਾ ਜਾਂਦਾ ਹੈ। ਅਤੇ ਇਨ ਦਾ ਫੀਕਸ ਆਫ ਇਨਫੈਕਟਡ ਇੰਡੀਵਿਜੂਅਲ, ਮਤਲਬ ਜਿਹੜੇ ਪਰਸਨ ਨੂੰ ਆਲਰੇਡੀ ਪੋਲੀਓ ਹੈ ਉਸ ਦੇ ਮਲ ਦੇ ਦੁਆਰਾ ਵੀ ਇਹ ਵਾਇਰਸ ਇੱਕ ਦੂਸਰੇ ਨੂੰ ਫੈਲ ਸਕਦਾ ਹੈ। ਦੇਅਰਫੋਰ ਐਂਟਰ ਇਨ ਦਾ ਬੋਡੀ ਬਾਇਆ ਰੈਸਪੀਰੇਟਰੀ ਰੂਟ ਔਰ ਬਾਇਆ ਓਰਲ ਇੰਟੈਸਟਾਈਨਲ ਰੂਟ, ਮਤਲਬ ਇਹ ਸਾਹ ਰਸਤੇ ਵੀ ਜਾ ਸਕਦਾ ਹੈ ਅਤੇ ਪਾਚਨ ਪ੍ਰਣਾਲੀ ਦੇ ਰਸਤੇ ਵੀ ਅੰਦਰ ਜਾ ਸਕਦਾ ਹੈ। ਇਸ ਤੋਂ ਉਪਰੰਤ ਆਪਣਾ ਆਉਂਦਾ ਹੈ ਪੈਥੋਜੈਨੇਸਿਸ ਐਂਡ ਕਲੀਨਿਕਲ ਸਿਗਨੀਫਿਕੈਂਸ ਆਫ ਡਿਜ਼ੀਜ਼। ਪੈਥੋਜੈਨੇਸਿਸ ਤੋਂ ਭਾਵ ਹੁੰਦਾ ਹੈ ਫਾਰਮੇਸ਼ਨ ਆਫ ਡਿਜ਼ੀਜ਼, ਕਿ ਬਿਮਾਰੀ ਇਹ ਕਿਵੇਂ ਕਿਵੇਂ ਪਨਪਦੀ ਹੈ, ਕਿਵੇਂ ਕਿਵੇਂ ਬਣਦੀ ਹੈ, ਕੀ ਕੀ ਇਸ ਦੇ ਲੱਛਣ ਆਉਂਦੇ ਹਨ, ਕੀ ਕੀ ਇਸ ਦੀਆਂ ਜਿਹੜੇ ਹੈਗੇ ਮਤਲਬ ਨਤੀਜੇ ਹੋ ਸਕਦੇ ਹਨ ਬਿਮਾਰੀ ਦੇ, ਕਿ ਜਿਵੇਂ ਜਿਵੇਂ ਇਹ ਵੱਧਦੀ ਹੈ ਕਿਹੜੇ ਕਿਹੜੇ ਲੱਛਣ ਵੱਧਦੇ ਹਨ ਜਾਂ ਕਿਵੇਂ ਇਸ ਦੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਸੋ ਇਹ ਸਾਰੇ ਚੀਜ਼ਾਂ ਦੇ ਕ੍ਰਮ ਨੂੰ ਆਪਾਂ ਪੈਥੋਜੈਨੇਸਿਸ ਬੋਲਦੇ ਹਾਂ। ਓਕੇ, ਦਾ ਵਾਇਰਸ ਮਲਟੀਪਲਾਈਜ਼ ਇਨ ਐਲੀਮੈਂਟਰੀ ਕੈਨਾਲ, ਐਲੀਮੈਂਟਰੀ ਕੈਨਾਲ ਪਾਚਨ ਪ੍ਰਣਾਲੀ ਨੂੰ ਕਿਹਾ ਜਾਂਦਾ ਹੈ। ਉਸ ਦੇ ਵਿੱਚ ਇਹ ਵਾਇਰਸ ਆਪਦੇ ਆਪ ਨੂੰ ਮਲਟੀਪਲ ਕਾਪੀਜ਼ ਦੇ ਰੂਪ ਦੇ ਵਿੱਚ ਤਿਆਰ ਕਰਦਾ ਹੈ। ਐਂਡ ਲਿੰਫੈਟਿਕ ਟਿਸ਼ੂ, ਲਿੰਫੈਟਿਕ ਟਿਸ਼ੂ ਜਿਵੇਂ ਆਪਣਾ ਸਪਲੀਨ ਹੁੰਦਾ ਹੈ, ਠੀਕ ਹੈ, ਤਾਂ ਆਪਣਾ ਲਿੰਫੈਟਿਕ ਸਿਸਟਮ ਹੁੰਦਾ ਇੱਕ, ਜਿੱਥੇ ਇੱਥੇ ਬਲੱਡ ਜਾਂਦਾ ਹੈ ਉੱਥੇ ਉੱਥੇ ਨਾਲ ਇੱਕ ਲਿੰਫੈਟਿਕ ਸਿਸਟਮ ਵੀ ਚੱਲਦਾ ਹੈ ਬੋਡੀ ਦੇ ਅੰਦਰ, ਤਾਂ ਉਸ ਦੇ ਅੰਦਰ ਵੀ ਇਹ ਵਾਇਰਸ ਆਪਣੇ ਆਪ ਨੂੰ ਮਲਟੀਪਲਾਈ ਕਰਦਾ ਹੈ। ਓਕੇ, ਵੇਅਰ ਇਟ ਕਾਜ਼ਜ਼ ਵਾਇਰੀਮੀਆ, ਵਾਇਰੀਮੀਆ ਮਤਲਬ ਵਾਇਰਸ ਇਨ ਦਾ ਬਲੱਡ, ਐਂਡ ਦੈਨ ਇਟ ਇਜ਼ ਅ ਰੈਟੀਕਿਊਲੋ ਐਂਡੋਥੇਲੀਅਲ ਸਿਸਟਮ, ਤਾਂ ਇਹ ਮਤਲਬ ਫਿਰ ਬਲੱਡ ਦੇ ਜਿਹੜੇ ਵੈਸਲਸ ਹੁੰਦੇ ਨੇ ਉਸ ਦੇ ਅੰਦਰ ਚਲਾ ਜਾਵੇਗਾ, ਜਿਸ ਨੂੰ ਆਪਾਂ ਇੱਥੇ ਕੀ ਕਿਹਾ, ਰੈਟੀਕਿਊਲੋ ਐਂਡੋਥੇਲੀਅਲ ਸਿਸਟਮ। ਫਿਰ ਬਲੱਡ ਸਟਰੀਮ ਦੇ ਵਿੱਚ ਜਾਂਦੇ ਹੀ ਅਗੇਨ ਇਹ ਸੈਕੰਡਰੀ ਵਾਇਰੀਮੀਆ ਕੌਜ਼ ਕਰੇਗਾ, ਐਂਡ ਦੈਨ ਐਂਟਰ ਟੂ ਦਾ ਸਪਾਈਨਲ ਕਾਰਡ, ਫਿਰ ਬਲੱਡ ਦੇ ਰਸਤੇ ਇਹ ਸਪਾਈਨਲ ਕਾਰਡ ਅਤੇ ਬ੍ਰੇਨ ਦੇ ਵਿੱਚ ਐਂਟਰ ਕਰਦਾ ਹੈ। ਵਾਇਰਸ ਡੈਮੇਜ ਦਾ ਐਂਟੀਰੀਅਰ ਮੋਟਰ ਹਾਰਨ ਸੈੱਲ ਆਫ ਸਪਾਈਨਲ ਕਾਰਡ, ਇਹ ਸਪਾਈਨਲ ਕਾਰਡ ਦੇ ਐਂਟੀਰੀਅਰ ਮੋਟਰ ਹਾਰਨ ਸੈੱਲ ਜਿਹੜੇ ਹੁੰਦੇ ਨੇ ਉਹਨੂੰ ਡੈਮੇਜ ਕਰਕੇ ਨਿਊਰੋਮਸਕਿਊਲਰ ਡਿਜ਼ੀਜ਼ ਕਰਦਾ ਹੈ, ਮਤਲਬ ਪੈਰਾਲਿਸਿਸ ਕਰਦਾ ਹੈ, ਜਿਸ ਨੂੰ ਆਪਾਂ ਮਾਤ ਭਾਸ਼ਾ ਦੇ ਵਿੱਚ ਅਧਰੰਗ ਕਹਿ ਦਿੰਦੇ ਹਾਂ। ਪੋਸਟੀਰੀਅਰ ਹਾਰਨ ਮੇ ਆਲਸੋ ਬੀ ਇਨਵੋਲਵਡ, ਮਤਲਬ ਐਂਟੀਰੀਅਰ ਤੋਂ ਬਾਅਦ ਇਹ ਪੋਸਟੀਰੀਅਰ ਹਾਰਨ ਸੈੱਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਇਨਵੋਲਵ ਕਰਦਾ ਹੈ, ਮਤਲਬ ਉਹਨਾਂ ਦੇ ਉੱਪਰ ਵੀ ਇਹ ਇਨਫੈਕਸ਼ਨ ਕੌਜ਼ ਕਰ ਸਕਦਾ ਹੈ। ਇਨਕੂਬੇਸ਼ਨ ਪੀਰੀਅਡ ਦਾ 10 ਦਿਨ ਦਾ ਹੁੰਦਾ ਹੈ। ਸਪੋਜ਼ 1 ਤਰੀਕ ਨੂੰ ਕਿਸੇ ਅੰਦਰ ਇਹ ਵਾਇਰਸ ਜਾਂਦਾ ਹੈ ਤਾਂ 10 ਦਿਨਾਂ ਬਾਅਦ ਸਿੰਪਟਮ ਆਉਣੇ ਸਟਾਰਟ ਹੋਣਗੇ। ਇਟ ਕੰਸਿਸਟ ਆਫ 2 ਸਟੇਜਸ, ਇਹਦੀਆਂ 2 ਸਟੇਜਸ ਨੇ, ਉਹ ਸਟੇਜਸ ਦੇ ਨਾਮ ਨੇ ਐਬੋਰਟਿਵ ਪੋਲੀਓਮੀਲਾਈਟਸ ਅਤੇ ਦੂਸਰੀ ਹੈ ਨੌਨ ਪੈਰਾਲਿਟਿਕ ਜਾਂ ਪੈਰਾਲਿਟਿਕ ਪੋਲੀਓਮੀਲਾਈਟਸ। ਤਾਂ ਗੱਲ ਕਰੀਏ ਐਬੋਰਟਿਵ ਦੀ, ਤਾਂ ਇਹ ਪਹਿਲੀ ਸਟੇਜ ਹੁੰਦੀ ਹੈ, ਇਹ 1 ਤੋਂ ਲੈ ਕੇ 5 ਦਿਨ ਰਹਿੰਦੀ ਹੈ। ਇਹਦੇ 'ਚ ਹੁੰਦਾ ਕੀ ਹੈ ਕਿ ਸਭ ਤੋਂ ਪਹਿਲਾਂ ਫੀਵਰ ਹੋਵੇਗਾ, ਹੈਡਏਕ ਯਾਨੀ ਕਿ ਸਿਰ ਦਰਦ ਹੋਵੇਗਾ, ਬੁਖਾਰ ਹੋਵੇਗਾ, ਸੋਰ ਥਰੋਟ, ਗਲਾ ਜਦੋਂ ਆਪਾਂ ਕਹਿੰਦੇ ਵੀ ਗਲੇ 'ਚ ਖੱਟੇ ਢਗਾਰ ਆਉਂਦੇ ਨੇ, ਠੀਕ ਹੈ, ਇਸ ਤਰ੍ਹਾਂ ਦੀ ਲੱਛਣ ਆਉਣਗੇ, ਅਤੇ ਨਾਲ ਹੀ ਮੈਲੇਜ਼ ਤੋਂ ਭਾਵ ਹੁੰਦਾ ਕਿ ਘਬਰਾਹਟ, ਨੋਜ਼ੀਆ ਟਾਈਪ ਹੋਵੇਗਾ ਪੇਸ਼ੈਂਟ ਨੂੰ, ਅਤੇ 1 ਤੋਂ ਲੈ ਕੇ 5 ਦਿਨ ਇਹ ਸਿੰਪਟਮ ਚੱਲਦੇ ਰਹਿੰਦੇ ਨੇ। ਇਹ ਇੱਕ ਮਾਈਲਡ ਇਲਨੈਸ ਹੁੰਦੀ ਹੈ, ਮਤਲਬ ਇਸ ਨੂੰ ਥੋੜ੍ਹੀ ਜਿਹੀ ਨੋਰਮਲ ਜਿਹੀ ਬਿਮਾਰੀ ਕਹਿ ਸਕਦੇ ਹਾਂ, ਠੀਕ ਹੈ। ਇੱਥੇ ਹੀ ਇਸ ਦੇ ਉੱਪਰ ਅਗਰ ਕਾਬੂ ਨਹੀਂ ਪੈਂਦਾ ਤਾਂ ਫਿਰ ਇਹ ਸੈਕਿੰਡ ਸਟੇਜ ਦੇ ਵਿੱਚ ਜਾ ਸਕਦੀ ਹੈ। ਇਫ ਇਨਫੈਕਸ਼ਨ ਪ੍ਰੋਲੋਂਗਸ, ਮਤਲਬ ਜੇ ਲੰਬਾ ਸਮਾਂ ਰਹਿੰਦੀ ਹੈ, ਪ੍ਰੋਗਰੈਸ ਕਰਦੀ ਹੈ, ਤਾਂ 3 ਤੋਂ 4 ਦਿਨ ਦੇ ਵਿੱਚ ਇਹ ਮੇਜਰ ਇਲਨੈਸ ਦੇ ਵਿੱਚ ਬਦਲ ਜਾਂਦੀ ਹੈ, ਮਤਲਬ ਵੱਡੀ ਬਿਮਾਰੀ ਦੇ ਵਿੱਚ, ਗੰਭੀਰ ਬਿਮਾਰੀ 'ਚ ਬਦਲ ਜਾਂਦੀ ਹੈ। ਦਾ ਫੀਵਰ ਕਮਸ ਔਨ ਅਗੇਨ ਬਾਈਫੇਜ਼ਿਕ ਫੀਵਰ, ਮਤਲਬ ਦੁਬਾਰਾ ਤੋਂ ਫਿਰ ਫੀਵਰ ਆਉਂਦਾ ਹੈ, ਅਲੋਂਗ ਵਿਦ ਹੈਡੇਕ, ਸਟਿਫ ਨੈਕ, ਮਤਲਬ ਗਰਦਨ ਦੇ ਵਿੱਚ ਅਕੜਾ ਆ ਜਾਂਦਾ ਹੈ, ਐਂਡ ਅਦਰ ਫੀਚਰ ਆਫ ਮੈਨਿਨਜਾਈਟਸ, ਮੈਨਿਨਜਾਈਟਸ ਤੋਂ ਭਾਵ ਹੁੰਦਾ ਹੈ ਦਿਮਾਗ ਦੇ ਉੱਪਰ 3 ਪ੍ਰੋਟੈਕਟਿਵ ਜਿਹੜੇ ਲੇਅਰ ਹੁੰਦੀਆਂ ਨੇ, ਜਿਹਨੂੰ ਆਪਾਂ ਮੈਨਿੰਜਸ ਕਹਿੰਦੇ ਹਾਂ, ਉਹਨਾਂ ਦੀ ਇਨਫਲਾਮੇਸ਼ਨ ਹੋ ਜਾਂਦੀ ਹੈ। ਓਕੇ, ਐਂਡ ਇਟ ਇਜ਼ ਕਾਲਡ ਨੌਨ ਪੈਰਾਲਿਟਿਕ ਪੋਲੀਓਮੀਲਾਈਟਸ। ਇਫ ਦਾ ਨੌਨ ਪੈਰਾਲਿਟਿਕ ਪੋਲੀਓਮੀਲਾਈਟਸ ਪ੍ਰੋਗਰੈਸ ਫਰਦਰ, ਜੇ ਦੁਬਾਰਾ ਫਿਰ ਅੱਗੇ ਵੱਧਦੀ ਹੈ ਬਿਮਾਰੀ, then it develop into paralysis also called paralytic poliomyelitis, ਮਤਲਬ ਇੱਥੇ ਫਿਰ ਜਿਹੜੇ ਅੰਗ ਪੈਰ ਨੇ ਉਹ ਪਰਮਾਨੈਂਟਲੀ ਡੈਮੇਜ ਹੋ ਜਾਂਦੇ ਨੇ, ਜਿਸ ਨੂੰ ਆਪਾਂ ਅਧਰੰਗ ਕਹਿ ਸਕਦੇ ਹਾਂ। ਮੋਰਟੈਲਿਟੀ ਇਜ਼ ਰੇਅਰ, ਮਤਲਬ ਪੋਲੀਓ ਦੇ ਵਿੱਚ ਡੈਥ ਦੇ ਚਾਂਸ ਬਹੁਤ ਘੱਟ ਹੁੰਦੇ ਨੇ। ਇਟ ਰੇਂਜ ਫਰੋਮ 5 ਤੋਂ 10% ਡਿਊ ਟੂ ਰੈਸਪੀਰੇਟਰੀ ਫੇਲੀਅਰ, ਮਤਲਬ ਪੋਲੀਓ ਵਾਇਰਸ ਦੀ ਇਨਫੈਕਸ਼ਨ ਦੌਰਾਨ ਵਿਅਕਤੀ ਦੀ ਸਾਹ ਪ੍ਰਣਾਲੀ ਦੇ ਵਿੱਚ ਬਹੁਤ ਗੰਭੀਰ ਰੋਗ ਹੋਣ ਦੇ ਕਰਕੇ, ਇਨਫੈਕਸ਼ਨ ਹੋਣ ਦੇ ਕਰਕੇ ਉਸ ਦੀ ਜਿਹੜੀ ਸਵਾਸ ਪ੍ਰਣਾਲੀ ਹੁੰਦੀ ਹੈ ਉਹ ਡੈਮੇਜ ਹੋ ਜਾਂਦੀ ਹੈ, ਤਾਂ ਉਸ ਕੇਸ ਦੇ ਵਿੱਚ ਡੈਥ ਦੀ ਸੰਭਾਵਨਾ ਵੱਧ ਜਾਂਦੀ ਹੈ। ਰਿਕਵਰੀ ਆਫ ਪੈਰਾਲਿਸਿਸ ਮਸਟ ਟੇਕ ਪਲੇਸ ਇਨ ਨੈਕਸਟ 4 to 8 weeks ਐਂਡ ਕੰਪਲੀਟ ਇਨ ਆਫਟਰ 6 months ਲੀਵਿੰਗ ਬਿਹਾਈਂਡ ਰੈਜ਼ੀਡੂਅਲ ਪੈਰਾਲਿਸਿਸ,
ਮਤਲਬ ਕੁਝ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਨੇ ਉਹਨਾਂ ਦੀ ਰਿਕਵਰੀ 4 ਤੋਂ ਲੈ ਕੇ 8 ਹਫ਼ਤਿਆਂ ਦੇ ਵਿੱਚ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਿਹੜੀ ਫਰਦਰ ਰਹਿ ਜਾਂਦੀ ਹੈ ਤਾਂ ਫਿਰ ਉਹ ਪਰਮਾਨੈਂਟ ਡੈਮੇਜ ਰਹਿ ਜਾਂਦੀ ਹੈ। ਇਸ ਦਾ ਕੀ ਮਤਲਬ ਹੈ ਕਿ ਜਿਹੜੀ 4 ਤੋਂ 8 ਹਫ਼ਤਿਆਂ ਤੋਂ ਬਾਅਦ ਰਿਕਵਰੀ ਨਹੀਂ ਹੁੰਦੀ ਤਾਂ ਫਿਰ ਉਹ ਡਿਜ਼ੀਜ਼ ਪਰਮਾਨੈਂਟ ਰਹਿੰਦੀ ਹੈ, ਉਹ ਅੰਗ ਪੈਰ ਪਰਮਾਨੈਂਟ ਖਰਾਬ ਰਹਿੰਦੇ ਹਨ। ਠੀਕ ਹੈ, ਤਾਂ ਉਸ ਨਾਲ ਵਿਅਕਤੀ ਨੂੰ ਹਮੇਸ਼ਾ ਲਈ ਜੂਝਣਾ ਪੈਂਦਾ ਹੈ। ਫਿਰ ਆਪਾਂ ਗੱਲ ਕਰੀਏ ਡਾਇਗਨੋਸਿਸ ਦੀ, ਕਿ ਇਹਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਲੈਬੋਰੇਟਰੀ ਡਾਇਗਨੋਸਿਸ ਦੇ ਵਿੱਚ ਆਉਂਦਾ ਹੈ ਸਪੈਸੀਮਨ ਕਲੈਕਸ਼ਨ। ਤਾਂ ਜੇ ਆਪਾਂ ਸੈਂਪਲ ਦੀ ਗੱਲ ਕਰੀਏ ਕਿ ਪੋਲੀਓ ਵਾਇਰਸ ਨੂੰ ਚੈੱਕ ਕਰਨ ਦੇ ਲਈ ਕਿਹੜਾ ਸੈਂਪਲ ਲਿਆ ਜਾਵੇਗਾ, ਤਾਂ ਉਹਦੇ 'ਚ ਆਉਂਦਾ ਹੈ ਬਲੱਡ ਸੈਂਪਲ। ਫਿਰ CSF ਯਾਨੀ ਕਿ ਸੈਰੀਬਰੋ ਸਪਾਈਨਲ ਫਲੂਇਡ ਦਿਮਾਗ ਦੇ ਵਿੱਚ ਹੁੰਦਾ ਹੈ ਅਤੇ ਸਪਾਈਨਲ ਕੋਰਡ 'ਚ ਹੁੰਦਾ ਹੈ। ਫਿਰ ਇਹ ਥਰੋਟ ਸਵੈਬ, ਮਤਲਬ ਗਲੇ ਦੇ ਵਿੱਚੋਂ ਆਪਾਂ ਸਵੈਬ ਜਿਵੇਂ ਕਰੋਨਾ ਦੇ ਵਿੱਚ ਲੈਤੇ ਗਏ ਸੀ ਉਸ ਤਰ੍ਹਾਂ ਸਵੈਬ ਲੈ ਕੇ ਸੈਂਪਲ ਲੈ ਸਕਦੇ ਹਾਂ, ਅਤੇ ਫੀਕਸ ਯਾਨੀ ਕਿ ਮਲ ਦਾ ਸੈਂਪਲ ਵੀ ਲੈ ਸਕਦੇ ਹਾਂ। ਫਿਰ ਆਉਂਦਾ ਹੈ ਨਿਊਟਰਲਾਈਜੇਸ਼ਨ ਟੈਸਟ। ਇਟ ਇਜ਼ ਯੂਜ਼ ਟੂ ਆਈਡੈਂਟੀਫਾਈ ਦਾ ਟਾਈਪ ਆਫ ਪੋਲੀਓ ਵਾਇਰਸ। ਪੋਲੀਓ ਵਾਇਰਸ ਦੀ ਟਾਈਪ ਪਤਾ ਕਰਨ ਲਈ ਕਿ ਟਾਈਪ 1 ਹੈ, 2 ਹੈ ਜਾਂ ਫਿਰ 3 ਹੈ। ਠੀਕ ਹੈ, ਤਾਂ ਉਹਦੇ ਲਈ ਨਿਊਟਰਲਾਈਜੇਸ਼ਨ ਟੈਸਟ ਹੁੰਦਾ ਹੈ। ਐਜ਼ ਐਂਟੀਬੋਡੀ ਅਪੀਅਰ ਸੂਨ ਆਫਟਰ ਦਾ ਔਨਸੈਟ ਆਫ ਪੈਰਾਲਿਸਿਸ। ਮਤਲਬ ਜਿਸ ਵਿਅਕਤੀ ਨੂੰ ਪੋਲੀਓ ਦੁਆਰਾ ਪੈਰਾਲਿਸਿਸ ਹੋ ਚੁੱਕਿਆ ਹੋਵੇ ਉਸ ਦੇ ਅੰਦਰ ਪੋਲੀਓ ਦੀਆਂ ਐਂਟੀਬੋਡੀਜ਼ ਹੁੰਦੀਆਂ ਨੇ। ਦੀਜ਼ ਨਿਊਟਰਲਾਈਜ਼ ਐਂਟੀਬੋਡੀ ਅਪੀਅਰ ਅਰਲੀ ਐਂਡ ਪਰਸਿਸਟ ਫॉर ਲਾਈਫ। ਮਤਲਬ ਇਹ ਹਮੇਸ਼ਾ ਦੇ ਲਈ ਉਸ ਵਿਅਕਤੀ ਦੇ ਅੰਦਰ ਮੌਜੂਦ ਰਹਿੰਦੀਆਂ ਨੇ। ਸੋ ਇਸ ਤੋਂ ਉਪਰੰਤ ਆਉਂਦਾ ਹੈ ਫੀਕਲ ਟੈਸਟ ਯਾਨੀ ਕਿ ਮਲ ਦਾ ਟੈਸਟ। ਸਟੂਲ ਨੂੰ ਵੀ ਮਲ ਹੀ ਕਿਹਾ ਜਾਂਦਾ ਹੈ। ਸੈਂਪਲ ਇਜ਼ ਆਲਸੋ ਟੈਸਟਡ ਬਾਏ ਨੋਬਲ ਮੈਥਡ, ਮਤਲਬ ਆਧੁਨਿਕ ਤਕਨੀਕ ਨਾਲ ਇਹਨੂੰ ਟੈਸਟ ਕੀਤਾ ਜਾਂਦਾ ਹੈ। ਦਾ SDS ਔਰ EDTA। EDT ਤੋਂ ਭਾਵ ਹੁੰਦਾ ਇਥਾਈਲੀਨ ਡਾਈਅਮੀਨ ਟੈਟਰਾ ਐਸਟਿਕ ਐਸਿਡ ਟ੍ਰੀਟਡ ਕ੍ਰੋਮੈਟੋਗ੍ਰਾਫੀ ਸਟ੍ਰਿਪਸ। ਇੱਕ ਮਤਲਬ ਸਟ੍ਰਿਪਸ ਬਣੀਆਂ ਬਣਾਈਆਂ ਆਉਂਦੀਆਂ ਨੇ ਇਹ। ਠੀਕ ਹੈ, ਕ੍ਰੋਮੈਟੋਗ੍ਰਾਫੀ ਤੋਂ ਭਾਵ ਹੁੰਦਾ ਕਲਰ ਦੇ ਆਧਾਰ ਦੇ ਉੱਪਰ ਕਿਸੇ ਚੀਜ਼ ਨੂੰ ਡਿਫਰੈਂਸ਼ੀਏਟ ਕਰਨਾ। ਆਰ ਯੂਜ਼ ਟੂ ਕਲੈਕਟ ਦਾ ਸਟੂਲ ਸੈਂਪਲ ਆਫ ਪੋਲੀਓ ਵਾਇਰਸ ਐਟ ਡਿਫਰੈਂਟ ਟੈਂਪਰੇਚਰਸ। ਮਤਲਬ ਅਲੱਗ-ਅਲੱਗ ਤਾਪਮਾਨ ਦੇ ਉੱਪਰ ਮਲ ਦੇ ਸੈਂਪਲ, ਮਲ ਦੇ ਨਮੂਨੇ ਜਿਹੜੇ ਹੈਗੇ ਨੇ ਉਹ ਲਏ ਜਾਂਦੇ ਨੇ ਕ੍ਰੋਮੈਟੋਗ੍ਰਾਫੀ ਸਟ੍ਰਿਪਸ ਦੁਆਰਾ। ਠੀਕ ਹੈ, ਆਫਟਰ ਸਟੋਰੇਜ ਫॉर 5 ਮੰਥਸ, 5 ਮਹੀਨੇ ਇਸ ਨੂੰ ਸਟੋਰ ਕਰਨਾ ਹੁੰਦਾ 37 ਡਿਗਰੀ ਟੈਂਪਰੇਚਰ ਦੇ ਉੱਪਰ। ਪੋਲੀਓ ਵਾਇਰਸ RNA ਕੁਡ ਬੀ ਐਂਪਲੀਫਾਈਡ ਬਾਈ ਯੂਜ਼ਿੰਗ RT-PCR। ਰੈਪਿਡ ਟੈਕਨੀਕ ਹੁੰਦੀ ਹੈ, ਪੋਲੀਮੇਰਾਈਜ਼ ਚੇਨ ਰਿਐਕਸ਼ਨ ਕਿਹਾ ਜਾਂਦਾ PCR ਨੂੰ। ਸੋ ਇਸ ਦੇ ਰਾਹੀਂ ਫਿਰ RNA ਵਾਇਰਸ ਨੂੰ ਯਾਨੀ ਕਿ ਪੋਲੀਓ ਵਾਇਰਸ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ। ਸੋ ਇਹ ਵੀ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਸਕਦਾ ਐਗਜ਼ਾਮ ਦੇ ਵਿੱਚ ਕਿ ਪੋਲੀਓ ਵਾਇਰਸ ਦਾ ਜੈਨੇਟਿਕ ਮਟੀਰੀਅਲ ਕਿਹੜਾ ਹੁੰਦਾ ਹੈ। ਤਾਂ ਇਹ ਇੱਕ RNA ਵਾਇਰਸ ਹੈ। RNA ਤੋਂ ਭਾਵ ਹੁੰਦਾ ਰਾਈਬੋ ਨਿਊਕਲਿਕ ਐਸਿਡ। ਠੀਕ ਹੈ, DNA ਅਤੇ RNA ਦੋ ਜੈਨੇਟਿਕ ਮਟੀਰੀਅਲ ਹੁੰਦੇ ਹਨ ਅਤੇ ਇਸ ਵਾਇਰਸ ਦਾ ਜੈਨੇਟਿਕ ਮਟੀਰੀਅਲ RNA ਹੁੰਦਾ ਹੈ। ਸੋ ਦਿਸ ਵਾਜ਼ ਆਲ ਅਬਾਊਟ ਦਾ ਪੋਲੀਓ ਵਾਇਰਸ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਵੇਗਾ। ਸੋ ਇਸ ਤਰ੍ਹਾਂ ਦੇ ਬਿਹਤਰੀਨ ਵੀਡੀਓ ਨੂੰ ਦੇਖਦੇ ਰਹਿੰਦੇ ਲਈ ਚੈਨਲ ਦੇ ਨਾਲ ਹਮੇਸ਼ਾ ਲਈ ਜੁੜ ਜਾਵੋ, ਅਤੇ ਕਿਸੇ ਵੀ ਤਰ੍ਹਾਂ ਦੀ ਗੌਰਮੈਂਟ ਜੋਬ, ਮੈਡੀਕਲ, ਪੈਰਾਮੈਡੀਕਲ ਦੇ ਵਿਸ਼ੇ ਦੇ ਨੋਟਸ ਲੈਣ ਦੇ ਲਈ 98 763 71 788 'ਤੇ ਸੰਪਰਕ ਕਰ ਸਕਦੇ ਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ।